ਤੇ ਉਹ ਬੰਦੇ ਜਿਹੜੇ ਨਾ ਕਾਪੀਆਂ ਪੈਨਸਲਾਂ ਲੈ ਤੇ ਮਕਈ ਦੇ ਵਿੱਚ ਖੜਿਆ। ਮੈਂ ਕਿਹਾ ਹੋ ਸਕਦਾ ਸਕੂਲ ਵਾਲੇ ਬੱਚੇ ਨਸੇ ਫਿਰਦੇ ਨੇ। ਤੇ ਆਹ ਬੋਰਾ ਤੁਹਾਨੂੰ ਨਜ਼ਰ ਆ ਰਿਹਾ ਹੈ, ਬਿਲਕੁਲ ਇਹ ਸਿੱਟੇ ਦੇ ਉੱਤੇ ਜੀ ਬੋਰਾ ਨਜ਼ਰ ਆ ਰਿਹਾ, ਅਸੀਂ ਵੇਖ ਰਹੇ ਪਏ ਹਾਂ। ਇਹ ਅਲੱਗ ਫਾਰਮੂਲਾ ਤੁਸੀਂ ਇਹ ਕਿਉਂ ਅਪਣਾਇਆ ਹੋਇਆ, ਇਹਦੇ ਬਾਰੇ ਥੋੜਾ ਜਿਹਾ ਦੱਸੋ। अस्सलाम वालेकुम बेलियो दोस्तों, की हाल चाल है। तो अज आप चलने हैं जी नरमा की आप मकई लाई हुई है ना, तो उनका जनाब टाइम आ गया पूरा रस्से का तो सिट्टे का। तो आप चलने हैं वेखने हैं तो थानू भी विखाने हैं बई रस्सा उनका किस तरह फिरदा है तो सिट्टा किस तरह छकींदा है। ये अज का जो सारा प्रोसीजर होंदा है ना, वो आप इंशाल्लाह इस व्लॉग दे विच पूरा विखावांगे। जी डोरी ਜਿਹੜੀ ਅਸੀਂ ਫੇਰਨੀ ਹੈ ਨਰਮਾ ਦੀ ਮਕਈ ਨੂੰ, ਆ ਅਲੀ ਨੂੰ ਨਾਲ ਲਿਆਂਦਾ ਹੈ। ਅਲੀ ਤੇ ਮੈਂ ਰਸਾ ਫੇਰ ਆ ਸਾਡੀ ਨਰਮਾ ਦੀ ਮਕਈ, ਇੱਕ ਬੰਦਾ ਇਸ ਸਾਈਡ ਤੇ ਹੋਵੇਗਾ ਤੇ ਇੱਕ ਬੰਦਾ ਉਸ ਸਾਈਡ ਤੇ ਹੋਵੇਗਾ, ਤੇ ਜਿਹੜੀ ਡੋਰੀ ਹੈ ਦਰਮਿਆਨ ਵਿੱਚ ਮਕਈ ਦੇ ਉੱਤੇ ਫਿਰਦੀ ਜਾਵੇਗੀ। ਤੇ ਅਸੀਂ ਫੇਰਨੀ ਹੈ ਤੇ ਇਹਦੇ ਚੈੱਕ ਕਰੋ ਜੀ, ਇਹ 4 ਖੇਲੀਆਂ ਆਉਂਦੀਆਂ ਨੇ ਮਾਦੀ ਦੀਆਂ ਤੇ 1 ਖੇਲੀ ਆਉਂਦੀ ਹੈ ਨਰ ਦੀ। ਨਰ ਦਾ ਬੋਰਾ ਜਾਂਦਾ ਮਾਦੀ ਤੇ ਮਾਦੀ ਦੇ ਵਿੱਚ क्रॉसिंग होनी है तो मादी की जरूरत होनी है। जिस टाइम बोरा मुकम्मल तौर पर झड़ जाएगा तो ਜਿਹੜੀਆਂ नर वाली खेलियां हैं ना, ये माल वास्ते असी इथों कट लवांगे। तो आ जी मादी है इनका बीज तैयार होगा, तो ये कंपनी साढ़े को 7000 ਨੂੰ मन लवेगी। आ चेक करो जी, आ 1 खेली आ गई नर की, अगे आ 4 खेलियां आ गई मादी दियाँ, अगे आ फिर नर की 1 खेली आ गई, तो आ 4 खेलियां फिर मादी दियाँ आ गई। मादी का ਇਹਦੇ ਵਿੱਚੋਂ ਨਾ ਸਿੱਟਾ ਕੱਢ ਲਿਆ ਤਾਂ ਕਿ ਇਹਦੇ ਵਿੱਚ ਵੀ ਸਿੱਟਾ ਹੋਵੇ ਤਾਂ ਉਹਦੇ ਵਿੱਚ ਵੀ ਸਿੱਟਾ ਹੋਵੇ, ਤੇ ਕ੍ਰਾਸਿੰਗ ਦੇ ਟਾਈਮ ਮਸਲਾ ਬਣਦਾ। ਤੇ ਇਹਦਾ ਬੂਰਾ ਜਿਸ ਲਈ ਇਹਦੇ ਉੱਤੇ ਜੜਨਾ ਹੈ ਨਾ, ਇਹ ਇਸ ਚੀਜ਼ ਦੇ ਉੱਤੇ, ਇਹ ਛੱਲੀ ਦੇ ਉੱਤੇ, ਇਹਦੇ ਉੱਤੇ ਆਏ ਇਹਦੇ ਉੱਤੇ ਬੂਰਾ ਜੜੇਗਾ, ਇਹ ਛੱਲੀ ਤਿਆਰ ਹੋਵੇਗੀ। ਤੇ ਛੱਲੀ ਤਿਆਰ ਹੋਵੇਗੀ ਤੇ ਇਹਨਾਂ ਦਾ ਮੁਕੰਮਲ ਬੀਜ ਤਿਆਰ ਹੋਵੇਗਾ। ਤੇ ਇਹ ਤਕਰੀਬਨ ਕੋਈ 4 ਤੋਂ 5 ਮਹੀਨੇ ਦਾ ਮੁਕੰਮਲ ਟਾਈਮ ਲੈਂਦੀ ਹੈ ਮਕਈ, ਬਿਜਾਈ ਤੋਂ ਲੈ ਤੇ ਕਟਾਈ ਤੱਕ। 5 ਮਹੀਨਿਆਂ ਦੇ ਵਿੱਚ ਇਹ ਮੁਕੰਮਲ ਤਿਆਰ ਹੋਵੇਗੀ। ਤਾਂ ਹੁਣ ਇਹਨੂੰ ਤਕਰੀਬਨ ਕੋਈ 60 ਦਿਨ ਦੀ ਹੋ ਗਈ ਹੈ। ਤੇ ਅਸੀਂ ਜਾਂਦੇ ਪਏ ਜਨਾਬ ਇਸ ਪੱਕੀ ਤੋਂ ਲੱਗੇ ਜਾਂਦੇ ਆ ਸੜਕ ਤੋਂ, ਤੇ ਵੇਖਿਆ ਬੇਲੀ ਮਕਈ ਦੇ ਵਿੱਚ ਜਨਾਬ ਬਈ ਇਹ ਰਜਿਸਟਰ ਲੈ ਤੇ ਲੱਗੇ ਫਿਰਦੇ ਨੇ। ਮੈਂ ਵੇਖਿਆ, ਮੈਂ ਕਿਹਾ ਰਜਿਸਟਰ ਤਾਂ ਮਕਈ ਦੇ ਵਿੱਚ ਕੀ ਕੰਮ ਹੈ। ਤੇ ਇੱਥੇ ਆ ਤੇ ਵੇਖਿਆ ਜਨਾਬ, ਆ ਵੇਖੋ ਇਹ ਨਵਾਂ ਪ੍ਰੋਸੀਜਰ ਇੱਥੇ ਚੱਲ ਰਹੀ ਹੈ ਜਨਾਬ। ਆਹ ਸਿੱਟਾ ਜਿਹੜਾ ਨਾ, ਇਹ ਆਹ ਸਿੱਟੇ ਦਾ ਬੂਰਾ ਝਾੜਦੇ ਪਏ ਨੇ ਤੇ ਇਹ ਰਜਿਸਟਰ ਦੇ ਉੱਤੇ ਰੱਖੇ ਆਉਂਦੇ ਨੇ। ਇਹ ਆਪਾਂ ਇਹਨਾਂ ਕੋਲ ਪੁੱਛਣੇ ਆ ਬਈ ਜਾਨ ਵੀ ਇਹ ਸਿੱਟੇ ਦਾ ਬੂਰਾ ਇਹਦੇ ਉੱਤੇ ਝਾੜਦੇ ਤੇ ਇਹਦਾ ਕੀ ਫਾਰਮੂਲਾ ਵੀ ਇਹ ਤੁਸੀਂ ਉੱਤੇ ਕਿਉਂ ਇਹਦੇ ਝਾੜਦੇ ਪਏ। ਇਹਦੇ ਉੱਤੇ ਆਹ ਬੂਰਾ ਤੁਹਾਨੂੰ ਨਜ਼ਰ ਆ ਰਿਹਾ ਹੈ, ਬਿਲਕੁਲ ਇਹ ਸਿੱਟੇ ਦੇ ਉੱਤੇ ਜੀ ਬੂਰਾ ਨਜ਼ਰ ਆ ਰਿਹਾ, ਅਸੀਂ ਵੇਖ ਰਹੇ ਪਏ ਹਾਂ। ਹੁਣ ਇਹਨੂੰ ਇਹਦੇ ਉੱਤੇ ਝਾੜੋ ਖਾਂ, ਇਹ ਆਹ ਵੇਖੋ ਆਹ ਬੂਰਾ ਝੜਦਾ ਪਿਆ ਉੱਤੇ। ਇਹ ਅੱਛਾ, ਇਹ ਬੂਰਾ ਪੂਰਾ ਹੋ ਗਿਆ, ਅਗਲੇ ਸਿੱਟੇ ਤੇ ਆ ਗਿਆ। ਇਹ ਬੂਰੇ ਦਾ ਫਿਰ ਸਿੱਟਾ ਇਹਦੇ ਝਾੜਦੇ ਪਏ। ਇਹ ਕਈ ਵਿੱਚ ਤੁਸੀਂ ਛੱਡ ਦਿੰਦੇ ਨੇ ਤੇ ਕਈ ਜਨਾਬ ਤੁਸੀਂ ਐਵੇਂ ਇਹਦਾ ਕੀ ਫਾਰਮੂਲਾ ਹੈ? वो दूसरे रिजेक्ट टांडे हैं ना जो छोड़ देते हैं। ਅੱਛਾ ਬਾਈ ਜਾਨ ਕੀ ਹਾਲ ਚਾਲ ਹੈ? ਤੇ ਆਹ ਨਵਾਂ ਫਾਰਮੂਲਾ ਇੱਥੇ ਮਕਈ ਦੇ ਵਿੱਚ ਚੱਲਾ ਖੜਾ, ਇਹਦੇ ਬਾਰੇ ਥੋੜਾ ਜਿਹਾ ਦੱਸੋ ਖਾਂ। ਹਾਂ ਵੀ ਇਹ ਜਿਹੜਾ ਵੀ ਆ ਗੱਤੇ ਲੈ ਤੇ ਇਹਦਾ ਕੀ ਪ੍ਰੋਸੀਜਰ ਹੈ ਗੱਤਿਆਂ ਦਾ? ਮੈਂ ਤਾਂ ਆਖਿਆ ਵੀ ਖਰੇ ਸਕੂਲ ਵਾਲੇ ਬੱਚੇ ਵਿੱਚ ਮਕਈ ਦੇ ਲੱਗੇ ਫਿਰ ਨਸੇ ਫਿਰਦੇ ਨੇ। ਆਹ ਵੇਖੋ ਜੀ ਆਹ ਰਜਿਸਟਰ ਜਿਹਾ ਲੈ ਤੇ ਥੋੜਾ ਜਿਹਾ ਦੱਸੋ ਤਾਂ ਸਹੀ ਮੀਆਂ ਸਾਹਿਬ, ਤੁਸੀਂ ਕੰਪਨੀ ਦੇ ਵਿੱਚ ਮੁਲਾਜ਼ਮਤ ਕਰਦੇ ਨੇ। ਇਹ ਇੱਕ ਹੋਰ ਦੋਸਤ ਵੀ ਜਨਾਬ ਬਈ ਉਹ ਆਹ ਰਜਿਸਟਰ ਲੈ ਤੇ ਇਹ ਸਿੱਟੇ ਦਾ ਬੂਰਾ ਜਨਾਬ ਉੱਤੇ ਝਾੜ ਰਿਹਾ ਨੇ। ਆਹ ਤੇ ਇਹ ਭਾਈ ਹੋਰੀ ਆ ਗਏ ਜਨਾਬ, ਜਿਹੜੇ ਸਾਰਾ ਨਰਮਾ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਦੀ। ਇਸਰਾਰ ਅਹਿਮਦ ਖਾਨ ਇਹਨਾਂ ਦਾ ਨਾਂ ਹੈ, ਸਾਡਾ ਬੜਾ ਯਾਰ ਹੈ ਜਿਗਰੀ। ਤੇ ਇਹਨਾਂ ਕੋਲ ਅਸੀਂ ਇਹ ਪੁੱਛਨੇ ਆ ਵੀ ਨਰਮਾ ਦੀ ਮਕਈ ਤੇ ਤਾਂ ਰਸਤਾ ਫਿਰਦਾ ਐਵੇਂ ਜਿਵੇਂ ਸਾਰੇ ਲੋਕ ਫਿਰਦੇ ਹਨ। ਅੱਗੇ ਵੀ ਕਈ ਵੀਡੀਓ ਵਿੱਚ ਲੋਕਾਂ ਨੇ ਵਿਖਾਇਆ ਵੀ ਹੈ। ਤੇ ਇਹ ਨਵਾਂ ਤਰੀਕਾ ਹੀ ਹੈ ਵੀ ਇਹ ਨਰ ਦਾ ਇਹ ਇਹਦੇ ਉੱਤੇ ਬੀਜ ਲੈ ਕੇ ਤੇ ਅਗਾ ਮਾਦੀ ਉੱਤੇ ਕਿਵੇਂ ਸੱਟਦੇ ਨੇ ਉਹ ਵੀ ਤੁਹਾਨੂੰ ਵਿਖਾਣੇ ਆ। ये इसका अपना कॉलम है। ਅੱਛਾ ਲਓ ਜੀ, ਇਹ ਚੈੱਕ ਕਰੋ, ये देखिए इसका बूर। ਇਹ ਬੂਰ ਹੈ ਜਨਾਬ ਜਿਹੜਾ ਇਹਨਾਂ ਨਰ ਤੋਂ ਉਤਾਰ ਕੇ ਤੇ ਇਹ ਅੱਗੇ ਮਾਦੀ ਤੇ ਸੱਟਣਗੇ। ਤੇ ਮਾਦੀ ਤੇ ਕਿਸ ਤਰ੍ਹਾਂ ਸੱਟਦੇ ਹਨ ਉਹ ਵੀ ਵਿਖਾਣੇ ਆ। ਇਹ ਚੈੱਕ ਕਰੋ ਜੀ। अच्छा, ये इसका तरीका है। ये क्रॉसिंग हो रही है, ये इसका क्रॉसिंग है। अच्छा है तरीका जी। अच्छा ਜਿਹੜਾ ਉਹ ਨਰ ਦਾ ਬੀਜ ਆਪਾਂ ਬੂਰਾ ਲਿਆਂਦਾ ਹੈ ਇਹਦੇ ਦਾ ਜਿਹੜੀ ਛੱਲੀ ਨਿਕਲਦੀ ਪਈ ਇਹਦੇ ਉੱਤੇ ਸੱਟਣਾ ਹੈ। ठीक हो गया जी। ਅੱਗੇ ਵੀ ਆ ਚੈੱਕ ਕਰੋ ਜੀ, ਆ ठीक हो गया।
ये मतलब इस तरीके की क्रॉसिंग होती है। ये उसका क्रॉसिंग हो रहा है। इसमें इस वजह से हमने रस्सी नहीं खींचा है, इसका मेल कम है। अच्छा, हमने इधर से पोलन उठाना इस गत्ते में, फिर हमने उसको डाला। नहीं मतलब जेडी तुसी रस्सी फेरदे ने इहदे तो रस्सी क्यों नहीं फेरदे ने, इहदी की वजह है? ये और भी है, वैरायटी है। अभी अच्छा, हमने अच्छा। अभी तैयार करना है, अगले साल 3 साल बाद ये तैयार होगा। अच्छा, एक प्रोग्राम है इनका। हाँ। ਇਹ ਭਾਈ ਜਾਨ ਪਹਿਲੀ ਜਿਹੜੀ ਆਪਾਂ ਮਕਈ ਨਰਮਾ ਦੀ ਲਾਣੇ ਹੈ ਉਹਦਾ ਤਾਂ ਜਨਾਬ ਬੂਰ ਵੀ ਰੱਸੀ ਦੇ ਨਾਲ ਹੀ ਆਪਾਂ ਉੱਤੇ ਆ ਜਾਂਦਾ ਹੈ ਮਾਦੀ ਦੇ। ਇਹ ਅਲੱਗ ਫਾਰਮੂਲਾ ਤੁਸੀਂ ਇਹ ਕਿਉਂ ਅਪਣਾਇਆ ਹੋਇਆ, ਇਹਦੇ ਬਾਰੇ ਥੋੜਾ ਜਿਹਾ ਦੱਸੋ ਖਾਂ। ਇਹ ਬਾਈਜਾਨ ਬਾਹਰੋਂ ਸਾਡੇ ਛੋਟੀਆਂ ਛੋਟੀਆਂ ਵੈਰਾਈਟੀਆਂ ਆਉਂਦੀਆਂ ਨੇ, ਅੱਛਾ, ਉਹ ਵੈਰਾਈਟੀਆਂ ਅਸੀਂ ਅੱਗੇ ਨਰਮਾ ਦੀ ਵਾਸਤੇ ਚੇਂਜ ਕਰਨੀਆਂ ਹੁੰਦੀਆਂ ਨੇ। ਸਹੀ। ਤੈਨੂੰ ਨਰ ਨੂੰ ਅਲੱਗਾ ਲਾਇਆ ਜਾਂਦਾ ਹੈ, ਮਾਦੀ ਨੂੰ ਅਲੱਗਾ ਲਾਇਆ ਜਾਂਦਾ ਹੈ। ਹੂੰ, ਨਰ ਦਾ ਬੂਰਾ ਉੱਥੋਂ ਲੈ ਕੇ ਫਿਰ ਮਾਦੀ ਉੱਤੇ ਪਾਇਆ ਜਾਂਦਾ ਹੈ। ਅੱਛਾ ਐਂ ਕਰਦੇ ਕਰਦੇ 2-3 ਸਾਲ ਲੱਗ ਜਾਂਦੇ ਨੇ। ਅੱਛਾ। ਉਸ ਤੋਂ ਬਾਅਦ ਇਹ ਨਰਮਾ ਦੀ ਅੱਗੇ ਤਿਆਰ ਕਰਨੇ ਆ ਅਸੀਂ, ਹੂੰ, ਤੇ ਇਸ ਵਾਸਤੇ ਇਹ ਸਾਰੇ ਮੁੰਡਿਆਂ ਨੂੰ ਅਸੀਂ ਰੱਖਾ ਹੋਇਆ ਹਾਂਜੀ, ਤੇ ਨਰ ਦਾ ਵੀ ਇਹਦੇ ਉੱਤੇ ਲਿਆਉਂਦੇ ਨੇ, ਵੱਟ ਕੇ ਮਾਦੀ ਦੇ ਉੱਤੇ ਪਾ ਦਿੰਦੇ ਨੇ। ਅੱਛਾ ਅੱਛਾ, ਸਹੀ। ਹੁਣ ਮੈਨੂੰ ਸਮਝ ਆ ਗਈ, ਮਤਲਬ ਜਿਹੜਾ ਤੁਸੀਂ ਬੀਜ ਤਿਆਰ ਕਰਦੇ ਨੇ, ਕੰਪਨੀ ਤਿਆਰ ਕਰਦੀ ਹੈ, ਉਹ ਪਹਿਲੇ 3-4 ਸਾਲ ਇਸ ਤਰੀਕੇ ਵੈਰਾਈਟੀਆਂ ਹੀ ਤਿਆਰ ਕਰਦੀ ਹੈ। ਇੱਥੇ ਪਹਿਲੇ ਚੈੱਕ ਕਰਿੰਦਾ ਹੈ ਕਿ ਇਹਦੀ ਕੀ ਪੈਦਾਵਾਰ ਆਏਗੀ, ਜ਼ਿਮੀਦਾਰ ਨੂੰ ਨੁਕਸਾਨ ਨਹੀਂ ਦੇਣਾ ਚਾਹੁੰਦੇ। ਸਹੀ 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 ਪਹਿਲੇ ਸਹੀ। ਇੱਥੇ ਚੈੱਕ ਕਰਾਂਗੇ ਇਹਦੀ ਕਿੰਨੀ ਪੈਦਾਵਾਰ ਆ ਰਹੀ ਹੈ, ਉਸ ਤੋਂ ਬਾਅਦ ਅਸੀਂ ਜ਼ਿਮੀਦਾਰ ਨੂੰ ਦੇਵਾਂਗੇ। ਹੂੰ, ਇਸ ਵਾਸਤੇ ਅਸੀਂ ਅਲੱਗਾ ਵਕਤ ਕਰਦੇ ਹਾਂ। ਕੋਈ ਕਾਮਯਾਬ ਨਹੀਂ ਹੁੰਦਾ ਤੇ ਫਿਰ ਉਹ ਨਹੀਂ ਉਹਨੂੰ ਕੱਢ ਦਿੰਦੇ। ਇਹ 100 ਲੱਗੇ ਹੋਏ ਨੂੰ 100 ਵਿੱਚੋਂ 1-2 ਮਸੇ ਆਉਂਦੀ ਹੈ, ਕਾਮਯਾਬ ਹੁੰਦੀ ਮਤਲਬ ਇਹਦੀਆਂ ਵੈਰਾਈਟੀਆਂ ਤੁਸੀਂ ਕਿੰਨੀਆਂ ਤਕਰੀਬਨ ਵੈਰਾਈਟੀਆਂ ਆਪਣੇ ਇਸ ਏਰੀਆ ਵਿੱਚ ਲਾਈਆਂ ਹੋਈਆਂ ਹੈ। ਨੇ? ਇਸ ਏਰੀਏ ਵਿੱਚ ਤਕਰੀਬਨ 250-300 ਵੈਰਾਈਟੀ ਲੱਗੀ ਹੋਈ ਹੈ। ਅਗਰ ਕੋਈ ਨਾਕਾਮ ਹੁੰਦੀ ਹੈ ਤੇ ਉਹਦੇ 250-300 ਵਿੱਚੋਂ ਸਾਡੇ ਹਿਸਾਬ ਨਾਲ 3 ਤੋਂ 4 ਵੈਰਾਈਟੀ ਅੱਗੇ ਆਣਗੀਆਂ। ਸਿਰਫ ਕਾਮਯਾਬ ਹੋਣਗੀਆਂ। ਹਾਂਜੀ, ਜਿਹੜੇ ਅਗੇ ਵੀ ਮਤਲਬ ਕਿ ਕਾਮਯਾਬ ਹੋਣਗੀਆਂ ਉਹ ਅਗੇ ਕਿਸਾਨਾਂ ਨੂੰ ਲਗਵਾਓਗੇ ਉਹ ਫਿਰ ਅੱਗੇ ਕਿਸਾਨਾਂ ਨੂੰ ਤਾਂ ਕਿ ਕਿਸਾਨ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਨਾ ਹੋਵੇ। ਹਾਂਜੀ। ਇਹ ਵੀ ਜਨਾਬ ਇਹ ਮੁਕੰਮਲ ਇਸਰਾਰ ਖਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਵੀ ਇਹ ਵੈਰਾਈਟੀਆਂ ਤਿਆਰ ਕਰਵਾਉਂਦਾ ਹੈ। ਜਿਹੜੀ ਕਾਮਯਾਬ ਵੈਰਾਈਟੀ ਹੋਵੇ ਉਹ ਅਗਾ ਇਹਨਾਂ ਬੰਦਿਆਂ ਨੂੰ ਪ੍ਰੋਵਾਈਡ ਕਰ ਦਿੰਦਾ ਹੈ ਤੇ ਇਹਨਾਂ ਦੀ ਅੱਗੇ ਜ਼ਿੰਮੇਵਾਰੀ ਹੈ ਨਰਮਾਦੀ ਮਕਈ ਲਗਵਾਉਣਾ। ਅਸੀਂ 2 ਬੰਦੇ ਆ, ਮੈਂ ਤੇ ਇਸਰਾਰ ਖਾਨ, ਜਿਹੜੇ ਆ ਸਾਰੀ ਰਿਸਰਚ ਨੂੰ ਤੋੜ ਤੱਕ ਲੈ ਜਾਂਦੇ ਆ। ਸਹੀ। ਇਹਨੂੰ ਸ਼ੁਰੂ ਤੋਂ ਲੈ ਤੇ ਐਂਡ ਤੱਕ ਇਹਦਾ ਕੰਮ ਕਰਨੇ ਆ। ਹੂੰ, ਇਸ ਤੋਂ ਅੱਗੇ ਸਾਡੇ ਤਕਰੀਬਨ 5 ਤੋਂ 7 ਆਦਮੀਆਂ ਨੂੰ, ਜਿਨ੍ਹਾਂ ਨੂੰ ਅਸੀਂ ਸੀਡ ਦੇ ਦਿੰਦੇ ਆ ਕਿ ਤੁਹਾਡਾ ਅੱਗੇ ਨਰਮਾ ਦਾ ਤਿਆਰ ਹੋ ਗਿਆ, ਹਾਂ, ਇਹ ਅੱਗੇ ਤੁਸੀਂ ਜ਼ਿਮੀਦਾਰ ਨੂੰ ਲਵਾ ਸਕਦੇ ਨੇ। ਹੂੰ, हम शुरू से इसका ख्याल रखते हैं, स्प्रे करना है। हफ्ते में हमने 3 बारी 2 बारी हमने स्प्रे करना है। ਮਤਲਬ ਇਹ ਵੈਰਾਈਟੀ ਦਾ ਮੁਕੰਮਲ ਖਿਆਲ ਤੁਸੀਂ ਆਪ ਰੱਖਦੇ ਨੇ, ਕਿਸਾਨ ਦੀ ਜ਼ਿੰਮੇਵਾਰੀ ਨਹੀਂ ਪਾਉਂਦੇ ਨੇ। नहीं, हम खुद रखते हैं। ਸਹੀ ਹੈ। ਜਿਸ ਟਾਈਮ ਮੁਕੰਮਲ ਬੀਜ ਤਿਆਰ ਹੋ ਜਾਂਦਾ ਤੁਸੀਂ ਕਹਿੰਦੇ ਨੇ ਵੀ ਇਹ ਕਾਮਯਾਬ ਬੀਜ ਹੈ, ਜੀ। ਉਸ ਤੋਂ ਬਾਅਦ ਉਹਨਾਂ ਨੂੰ ਕਿਸਾਨਾਂ ਨੂੰ ਲਗਵਾਉਂਦੇ ਨੇ, ਉਹ ਥੋੜਾ ਜਿਹਾ ਉਹਦੇ ਪ੍ਰੋਸੀਜਰ ਦੇ ਬਾਰੇ ਥੋੜਾ ਸਾਨੂੰ ਦੱਸੋ ਕਾ। ਵੇਖੋ ਨਾ, ਅੱਗੇ ਤੁਹਾਨੂੰ ਦੱਸਿਆ ਹੈ ਕਿ ਤਕਰੀਬਨ ਸਾਡੀ 250-300 ਵੈਰਾਈਟੀ ਹੈ, ਜਿੰਦੇ ਚੋਂ ਕੋਈ 3-4 ਵੈਰਾਈਟੀਆਂ ਜਿਹੜੇ ਅੱਗੇ ਆਣਗੀਆਂ। ਹੂੰ, ਉਹਦੇ ਚ ਕੁਝ ਵੈਰਾਈਟੀਆਂ ਐਸੀਆਂ ਹੋਣਗੀਆਂ ਜਿੰਦੀ ਮਾਦੀ ਪਹਿਲੇ ਲੱਗੇਗੀ, ਅੱਛਾ, ਔਰ ਕੁਝ ਵੈਰਾਈਟੀਆਂ ਐਸੀਆਂ ਹੋਣਗੀਆਂ ਜਿੰਦਾ ਨਰ ਪਹਿਲੇ ਲੱਗੇਗਾ। ਹੂੰ, ਤੇ ਉਸ ਹਿਸਾਬ ਨਾਲ ਅੱਗੇ ਸਾਡੇ 4-5 ਐਫਓ ਹਨ, ਫਰੂਕ ਸਾਹਿਬ ਹਨ, ਉਹ ਇਹਨਾਂ ਨੂੰ ਮੈਨੇਜਮੈਂਟ ਕਰਦੇ ਨੇ। ਉਹ ਅਸੀਂ ਫਰੂਕ ਸਾਹਿਬ ਦੇ ਹਵਾਲੇ ਕਰਦੇ ਨੇ। ਫਰੂਕ ਸਾਹਿਬ ਇਹਨਾਂ ਨੂੰ ਕਹਿਣਗੇ ਹੂੰ, ਕਿ ਇਹਦਾ ਨਰ ਪਹਿਲੇ ਲੱਗਣਾ, ਇਹਨਾਂ ਦਾ ਮਾਦੀ ਪਹਿਲੇ ਲੱਗਣਾ ਹੈ। ਫਿਰ ਇਹਨਾਂ ਜ਼ਿਮੀਦਾਰ ਨੂੰ ਡੀਲ ਕਰਨਾ ਹੁੰਦਾ ਹੈ। ਅੱਛਾ। ਉਹ ਇਹਨਾਂ ਦਾ ਕੰਮ ਹੈ ਜਿਵੇਂ ਡੀਲ ਕਰਨ। ਹਾਂਜੀ ਭਾਈ ਗੁਲਾਮ ਅਹਿਮਦ ਸਾਹਿਬ, ਅਗਾ ਤੁਹਾਡੀ ਜ਼ਿੰਮੇਵਾਰੀ ਆ ਗਈ, ਤੁਸੀਂ ਕਿਸਾਨ ਨੂੰ ਡੀਲ ਕਿਸ ਤਰ੍ਹਾਂ ਕਰਦੇ ਨੇ ਜਾਂ ਇਹ ਕਿਸ ਤਰ੍ਹਾਂ ਤੁਹਾਡਾ ਐਗਰੀਮੈਂਟ ਉਹਨਾਂ ਨਾਲ ਹੁੰਦਾ ਹੈ? ਐਗਰੀਮੈਂਟ ਸਾਡਾ ਹੁੰਦਾ ਜਿਸ ਵਕਤ ਨਰਮਾ ਦੀ ਮੱਕੀ ਸ਼ੁਰੂ ਹੁੰਦੀ ਨਾ, ਉਸ ਵਕਤ ਜ਼ਿਮੀਂਦਾਰ ਜਦ ਮਿਲਣਾ ਹੁੰਦਾ ਹੈ। ਅੱਛਾ, ਉਸ ਜ਼ਿਮੀਂਦਾਰ ਉਸ ਮਿਲਣਾ ਜਿਹੜਾ ਜ਼ਿੰਮੇਦਾਰ ਹੋਵੇ, ਇਤਮਾਦ ਵਾਲਾ ਹੋਵੇ ਹੂੰ, ਔਰ ਤਮੀਜ਼ਦਾਰ ਵੀ ਹੋਵੇ। ਸਹੀ। ਅੱਗੇ ਤੁਸੀਂ ਦੱਸੋ ਖਾ ਵੀ ਐਗਰੀਮੈਂਟ ਤੁਹਾਡਾ ਕਿਸ ਤਰ੍ਹਾਂ ਉਹਨਾਂ ਕਿਸਾਨਾਂ ਨਾਲ ਹੁੰਦਾ ਹੈ? ਐਗਰੀਮੈਂਟ ਸਾਡਾ ਇਸੇ ਤਰ੍ਹਾਂ ਹੁੰਦਾ ਹੈ ਕਿ ਅਸੀਂ ਕਿਸਾਨ ਨੂੰ ਇਹ ਕਹਿਣਾ ਹੁੰਦਾ ਹੈ ਕਿ ਸੀਡ ਕੰਪਨੀ ਦੇਵੇਗੀ, ਅੱਛਾ, ਸੀਡ ਟ੍ਰੀਟਮੈਂਟ ਦਵਾਈ ਉਹ ਵੀ ਕੰਪਨੀ ਦੇਵੇਗੀ, ਸਹੀ ਔਰ ਗਾਹ ਵਾਲਾ ਸਪਰੇ ਵੀ ਕੰਪਨੀ ਦੇਵੇਗੀ। ਸਹੀ, ਇੱਕ ਫੰਜੀਸਾਈਡ ਸਪਰੇ ਹੈ ਮਿਸਟਰ ਟਾਪ, ਉਹ ਵੀ ਕੰਪਨੀ ਦੇਵੇਗੀ। ਅੱਛਾ, ਇਹ ਜਿਹੜੀਆਂ ਚੀਜ਼ਾਂ ਨੂੰ ਬਿਲਕੁਲ ਫ੍ਰੀ ਹੋਣਗੀਆਂ। ਹੂੰ, ਔਰ ਜਿਹੜੀ ਲਵਾਈ ਹੈ ਉਹ ਵੀ ਕੰਪਨੀ ਦੇਵੇਗੀ ਦੇਵੇਗੀ। 4500 ਰੁਪਏ ਸਹੀ। ਕਿੱਲੇ ਦਾ। ਹੂੰ, ਉਸ ਤੋਂ ਬਾਅਦ ਮੇਨ ਕੰਮ ਆ ਜਾਂਦਾ ਹੈ ਟੈਸਲ ਦਾ, ਸਿੱਟੇ ਦਾ। ਹੂੰ, ਇਹ ਜ਼ਰੂਰੀ ਕੰਮ ਹੈ ਕੰਪਨੀ ਵਾਸਤੇ, ਸਹੀ ਸਹੀ। ਕਿਉਂਕਿ ਕੰਪਨੀ ਇਹਦੇ ਵੀ ਪੈਸੇ ਦੇ ਰਹੀ ਹੈ 6000 ਰੁਪਇਆ ਹੂੰ। ਕਿੱਲੇ ਦਾ। ਮਤਲਬ ਇਹ ਟੈਸਲ ਅੱਛੇ ਤਰੀਕੇ ਨਾਲ ਇਹ ਇਹਦਾ ਟ੍ਰੀਟਮੈਂਟ ਹੋਵੇ ਤਾਂ ਬੀਜ ਮੁਕੰਮਲ ਸਹੀ ਤਿਆਰ ਨਹੀਂ ਨਹੀਂ ਹੁੰਦਾ। ਮੋੜ ਹੋਈ ਨਾ ਹੋਈ ਕਿ ਆਂਦੇ ਨੂੰ ਕਿ ਬੀਜ ਸਹੀ ਤਿਆਰ ਨਹੀਂ ਹੋਣਾ, ਹੂੰ, ਕਿਉਂਕਿ ਨਰ ਮਾਦੀ ਦਾ ਮਕਸਦ ਇਹ ਹੈ ਕਿ ਜਦੋਂ ਮਾਦੀ ਦਾ ਟੈਸਲ ਜਾਂ ਸਿੱਟਾ ਇਹ ਨਿਕਲ ਨਰਮਾ ਦੀ ਜਾਏਗਾ, ਮੱਕੀ ਦੇ ਬਾਰੇ ਫਿਰ ਨਰ ਉਹਦੇ ਤੇ ਮੁਕੰਮਲ ਕਰਾਸ ਮਾਲੂਮਾਤ ਅਸੀਂ ਤੁਹਾਡੇ ਤੱਕ ਉਸ ਤੋਂ ਬਾਅਦ ਪਹੁੰਚਾਈ ਅੱਗੇ ਤੇ ਹਾਈਬ੍ਰਿਡ ਜਿਹੜੇ ਲੋਕ ਵਿਚਾਰੇ ਕਿਸਾਨ ਜ਼ਿਮੀਂਦਾਰ ਤੇ ਇੱਕ ਮਿੰਟ ਤੁਸੀਂ ਕਿਸਾਨ ਕੋਲ ਕਿਸ ਤਰ੍ਹਾਂ ਲੈ ਉਹਨਾਂ ਦੇ ਰਿਜ਼ਕ ਦੇ ਵਿੱਚ ਬਰਕਤ عطا ਫਰਮਾਵੇ। ਤੁਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨੀ ਹੋਣੀ ਹੈ, ਅਗਰ ਇਹ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਹ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਅੱਲਾ ਹਾਫਿਜ਼।